ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ ਤੇ ਜਿਵੇਂ ਪੰਜਾਬ ਦੇ ਵਿੱਚ ਕੋਵਿਡ ਦੇ ਜਿਹੜੇ ਪੇਸ਼ੈਂਟ ਆ ਲਗਾਤਾਰ ਵਧਦੇ ਜਾ ਰਹੇ ਤਾਂ ਪੰਜਾਬ ਦੀ ਸਰਕਾਰ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਜਿਹੜੇ ਵੀ ਮੈਰਿਜ ਪੈਲੇਸ ਹੈ ਹੋਟਲ ਹੈ ਉਹਨਾਂ ਦੀ ਗੈਦਰਿੰਗ ਜਿਹੜੀ ਘਟਾ ਦਿੱਤੀ ਹੈ। ਸਰਕਾਰ ਦੇ ਇਸ ਫੈਸਲੇ ਨਾਲ ਜਿੱਥੇ ਹੋਟਲ ਇੰਡਸਟਰੀ ਜਿਹੜੀ ਹੈ ਪਹਿਲੇ ਵੱਡੇ ਘਾਟੇ ਝੇਲ ਰਹੀ ਸੀ ਤਾਂ ਇੱਕ ਵਾਰੀ ਫੇਰ ਉਹਨਾਂ ਨੂੰ ਵੱਡਾ ਘਾਟਾ ਪਿਆ ਕਿਉਂਕਿ ਜਿਹੜੇ ਵੀ ਮੈਰਿਜ ਪੈਲੇਸਾਂ ਦੇ ਵਿੱਚ ਜਾਂ ਹੋਟਲਾਂ 'ਚ ਜਿਹੜੇ ਪ੍ਰੋਗਰਾਮ ਬੁੱਕ ਸੀਗੇ ਉਹਨਾਂ ਦੀ ਗੈਦਰਿੰਗ ਘਟਣ ਦੇ ਨਾਲ ਉਹ ਪ੍ਰੋਗਰਾਮ ਬੜੇ ਕੈਂਸਲ ਵੀ ਹੋਏ ਆ। ਤਾਂ ਮਾਰਚ ਦੀ ਗੱਲ ਕਰੀਏ ਤਾਂ 1 ਮਾਰਚ ਤੋਂ ਜਿਹੜਾ ਸਰਕਾਰ ਨੇ ਫੈਸਲਾ ਕੀਤਾ ਕਿ ਨਾਈਟ ਕਰਫਿਊ ਵੀ ਲੱਗੂਗਾ ਤੇ ਜਿਹੜੇ ਇਨਡੋਰ ਨੇ ਉਹਨਾਂ ਦੀ ਗੈਦਰਿੰਗ ਜਿਹੜੀ ਹੈ 200 ਸੀ ਹੁਣ ਉਹ 100 ਰਹਿ ਗਈ ਹੈ ਤੇ ਇਸ ਤਰੀਕੇ ਨਾਲ ਆਊਟਡੋਰ ਵੀ ਘਟਾ ਦਿੱਤਾ ਗਿਆ ਤਾਂ ਇਨਡੋਰ ਵੀ ਵੱਡਾ ਨੁਕਸਾਨ ਹੋਟਲ ਇੰਡਸਟਰੀ ਨੂੰ ਹੋਇਆ, ਮੈਰਿਜ ਪੈਲੇਸ ਵਾਲਿਆਂ ਨੂੰ ਹੋਇਆ। ਤਾਂ ਸਾਡੇ ਨਾਲ ਹੋਟਲ ਐਸੋਸੀਏਸ਼ਨ ਦੇ ਪੰਜਾਬ ਦੇ ਪ੍ਰਧਾਨ ਸਤੀਸ਼ ਅਰੋੜਾ ਜੀ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਕਿੰਨੇ ਕੁ ਅਰੋੜਾ ਸਾਹਿਬ ਇਹ ਜਿਹੜਾ ਫੈਸਲਾ ਹੈਗਾ ਸਰਕਾਰ ਦਾ ਕੋਵਿਡ ਦੇ ਮਰੀਜ਼ ਜਿਹੜੇ ਵੱਧ ਰਿਹਾ ਹੈ, ਕਿੰਨੀਆਂ ਕੁ ਬੁਕਿੰਗ ਜਿਹੜੇ ਹੈ ਕੈਂਸਲ ਹੋਈਆਂ ਹੋਟਲਾਂ ਦੀਆਂ ਜੀ? ਫਸਟ ਆਫ ਆਲ ਤਾਂ ਜਿਹੜਾ ਇਹ ਗਵਰਨਮੈਂਟ ਦਾ ਡਿਸੀਜਨ ਹੈ ਬਿਲਕੁਲ ਅਨਡੈਮੋਕ੍ਰੈਟਿਕ ਅਨਕॉन्स्टिट्यूशनल ਹੈ। ਇਹ ਇੱਕ ਆਫਿਸ 'ਚ ਬੈਠ ਕੇ ਇੱਕ ਲਿਆ ਹੋਇਆ ਬਹੁਤ ਹੀ ਰੋਂਗ ਡਿਸੀਜਨ ਹੈ। ਉਹ ਸਾਡੀ ਪੰਜਾਬ ਹੋਟਲ ਐਸੋਸੀਏਸ਼ਨ ਇਸ ਫੈਸਲੇ ਨੂੰ ਸਟਰੋਂਗਲੀ ਕ੍ਰਿਟੀਸਾਈਜ਼ ਕਰਦੀ ਹੈਗੀ ਹੈ ਕਿਉਂਕਿ ਅਸੀਂ ਅਗਰ ਥਰੂ ਆਊਟ ਗੱਲ ਕਰੀਏ ਤਾਂ ਠੀਕ ਹੈ ਵੀ ਕਰੋਨਾ ਦਾ ਇਫੈਕਟ ਹੈਗਾ ਬਟ ਇੰਨਾ ਇਫੈਕਟ ਨਹੀਂ ਹੋਇਆ, ਹਲੇ ਇੰਨਾ ਸਪਰੈਡ ਨਹੀਂ ਹੋਇਆ ਜਾਏ ਕਿ ਇਮੀਡੀਏਟ ਕੋਈ ਵੱਡਾ ਐਕਸ਼ਨ ਲਿਆ ਜਾਏ ਕਿਉਂਕਿ ਥਰੂ ਆਊਟ ਇੰਡੀਆ ਦੇਖਦੇ ਹਾਂ ਕਿਤੇ ਕੋਈ ਹਲੇ ਐਸਾ ਨਹੀਂ ਆਇਆ, ਕੋਈ ਐਸੇ ਹਲੇ ਇੰਨੇ ਸਪਰੈਡ ਨਹੀਂ ਹੋਏ ਹੈਗੇ ਕੇਸ। ਔਰ ਇਹਦੇ ਨਾਲ ਸਾਡੀ ਜਿਹੜੀ ਹੋਟਲ ਰੈਸਟੋਰੈਂਟ ਆਪਣਾ ਰਿਜ਼ੋਰਟ ਵਗੈਰਾ ਮੈਰਿਜ ਪੈਲੇਸ ਦੇ ਕਰੀਬ ਜੇ ਅੱਜ ਅਸੀਂ ਬਠਿੰਡੇ ਏਰੀਆ ਦੀ ਗੱਲ ਕਰੀਏ ਤਾਂ ਮੋਰ ਦੈਨ 300 ਤੋਂ ਵੱਧ ਫੰਕਸ਼ਨ ਜਿਹੜੇ ਹੈ ਕੈਂਸਲ ਹੋ ਚੁੱਕੇ ਹੈ। ਜੇ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਐਟਲੀਸਟ 950 ਕਰੋੜ ਰੁਪਏ ਦਾ ਨੈਟ ਲਾਸ ਜਿਹੜਾ ਰੈਵਨਿਊ ਦਾ ਇਹ ਹੋਏਗਾ। ਜੇ ਅਸੀਂ ਇਹਦੇ ਨਾਲ ਦੇਖਦੇ ਗਵਰਨਮੈਂਟ ਨੂੰ ਵੀ ਐਟਲੀਸਟ 150 ਕਰੋੜ ਰੁਪਏ ਦਾ ਲਾਸ ਗਵਰਨਮੈਂਟ ਨੂੰ ਜਿਹੜਾ ਰੈਵਨਿਊ ਦੇ ਰੂਪ 'ਚ GST ਜਾਂ ਜਿਹੜਾ ਆਪਣਾ ਐਕਸਾਈਜ਼ ਦੇ ਜਿਹੜਾ ਲਾਸ ਹੈਗਾ 150 ਕਰੋੜ ਰੁਪਏ ਦਾ ਗਵਰਨਮੈਂਟ ਨੂੰ ਵੀ ਇਹਦਾ ਲਾਸ ਹੈਗਾ। ਆਲਰੇਡੀ ਦੀ ਹੋਟਲ ਇੰਡਸਟਰੀ ਪਹਿਲਾਂ ਹੀ ਬਹੁਤ ਵੱਡੇ ਲਾਸ ਚੱਲ ਰਹੀ ਹੈ। ਗਵਰਨਮੈਂਟ ਨੇ ਸਾਨੂੰ ਕੋਈ ਬੈਨੀਫਿਟ ਨਹੀਂ ਦਿੱਤਾ, ਨਾ ਸਟੇਟ ਨੇ ਨਾ ਸੈਂਟਰ ਨੇ ਕੋਈ ਰਿਲੀਫ ਨਹੀਂ ਦਿੱਤਾ ਗਾ। ਉਹ ਦੁਬਾਰਾ ਫਿਰ ਆ ਕੇ ਉਹੀ ਫਿਰ ਹੁਣ ਦੁਬਾਰਾ ਸਾਰਾ ਸੀਨ ਕ੍ਰੀਏਟ ਕੀਤਾ ਜਾ ਰਿਹਾ ਹੈ ਅਨਨੈਸੈਸਰੀ। ਇੱਕ ਇਹ ਤਾਂ ਹੋਟਲ ਇੰਡਸਟਰੀ ਨੂੰ ਬੰਦ ਕਰਨ ਵਾਲੀ ਗੱਲ ਹੋ ਗਈ। ਨਾਈਟ ਕਰਫਿਊ ਵੀ ਹੁਣ ਜਿਹੜਾ ਹੈਗਾ 1 ਤੋਂ ਸ਼ੁਰੂ ਕਰ ਦਿੱਤਾ ਜਾਊਗਾ, ਬੇਸ਼ੱਕ ਉਹ DC ਨੇ ਫੈਸਲਾ ਕਰਨਾ ਪਰ ਨਾਈਟ ਦੇ ਫੰਕਸ਼ਨ ਵੀ ਤੁਹਾਨੂੰ ਲੱਗਦਾ ਕਿ ਜਦੋਂ ਕਰਫਿਊ ਲੱਗਾ ਤਾਂ ਫੰਕਸ਼ਨ ਉਹ ਵੀ ਬਾਹਰ ਰੱਦ ਹੋਏ ਸਾਰੇ ਰਾਤ ਦੇ ਫੰਕਸ਼ਨ ਜਿੰਨੇ? ਡੈਫੀਨੇਟ ਸਰ, ਮੈਕਸਿਮਮ ਜਿਹੜੇ ਫੰਕਸ਼ਨ ਹੈ ਨਾਈਟ ਦੇ ਹੀ ਚੱਲਦੇ ਹੈਗੇ, ਰਾਤ ਨੂੰ ਹੀ ਜਿਹੜੀਆਂ ਗੈਟ ਟੂਗੈਦਰ ਚੱਲਦੀਆਂ, ਸ਼ਾਦੀਆਂ ਰਾਤ ਨੂੰ ਹੀ ਚੱਲਦੀਆਂ। ਸੋ ਇਹ ਤਾਂ ਬਿਲਕੁਲ ਹੀ ਜੇ ਇਹ ਰਾਤ ਦਾ ਕੋਈ ਨਾਈਟ ਕਰਫਿਊ ਲੱਗਦਾ ਹੈ ਤਾਂ ਹੋਟਲ ਇੰਡਸਟਰੀ ਬਿਲਕੁਲ ਸਾਰੇ ਪੈਲੇਸ ਰਿਜ਼ੋਰਟ ਜਿਹੜੀਆਂ ਸਾਡੀਆਂ EMIs ਹੈਗੀਆਂ, ਸੈਲਰੀਆਂ ਹੈਗੀਆਂ, ਸਟਾਫ ਦੇ ਐਡੇ ਵੱਡੇ ਇਨਫਰਾਸਟ੍ਰਕਚਰ ਜਿਹੜੇ ਹੈਗੇ ਖਰਚੇ ਹੈਗੇ ਆ ਇੰਡਸਟਰੀ। ਇਹ ਤੁਹਾਨੂੰ ਲੱਗਦਾ ਕਿ ਇਲੈਕਸ਼ਨ ਜਿਹੜਾ ਹੁਣੇ ਮਿਊਨਿਸਪਲ ਕਾਰਪੋਰੇਸ਼ਨ ਦਾ ਇਲੈਕਸ਼ਨ ਟੱਪ ਕੇ ਗਿਆ ਤਾਂ ਇਲੈਕਸ਼ਨ ਜਦੋਂ ਟੱਪ ਚੁੱਕ ਤਾਂ ਫਿਰ ਉਸ ਤੋਂ ਬਾਅਦ ਸਰਕਾਰ ਦਾ ਫੈਸਲਾ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਗੜਬੜੀ ਹੋ ਸਕਦੀ ਹੈ ਇਹਦੇ ਵਿੱਚ ਕੋਈ ਨਾ ਕੋਈ? ਬਿਲਕੁਲ ਇੱਕ ਪੋਲੀਟੀਕਲ ਡਿਸੀਜਨ ਨਹੀਂ ਲੱਗ ਰਿਹਾ ਹੈਗਾ। ਗਵਰਨਮੈਂਟ ਨੇ ਇਲੈਕਸ਼ਨ ਤੋਂ ਬਾਅਦ ਇਮੀਡੀਏਟ ਦੇਖੋ ਇਹ ਡਿਸੀਜਨ ਲੈ ਲਿਆ। ਉਸ ਤੋਂ ਜਦੋਂ ਤੱਕ ਲੋੜ ਸੀਗੀ ਇਹਨਾਂ ਨੇ ਸਾਨੂੰ ਯੂਜ਼ ਕੀਤਾ ਹੈਗਾ। ਉਸ ਤੋਂ ਬਾਅਦ ਅੱਜ ਹੁਣ ਇਹ ਬੈਨ ਲਗਾਉਣ ਤੇ ਆ ਗਏ। ਬਿਲਕੁਲ ਇਹ ਪੋਲੀਟੀਕਲ ਡਿਸੀਜਨ ਹੈ, ਅਸੀਂ ਇਹਨੂੰ ਕ੍ਰਿਟੀਸਾਈਜ਼ ਕਰਦੇ ਹਾਂ। ਬਿਲਕੁਲ। ਤੇ ਜਿਹੜੇ ਹੁਣ ਹਾਲ ਹੈ ਅਸੀਂ ਦੇਖ ਰਹੇ ਜਿਵੇਂ ਇਹ ਹਾਲ ਹੈਗਾ, ਇਸ ਤੋਂ ਇਲਾਵਾ ਬੜੇ ਵੱਡੇ ਹਾਲ ਵੀ ਹੈਗੇ ਆ ਇਨਡੋਰ ਜਿਹੜੇ ਹੈਗੇ ਆ, ਮਤਲਬ ਗੈਦਰਿੰਗ ਜਿਹਦੇ ਵਿੱਚ ਖੁੱਲੀ ਡੁੱਲੀ ਹੋ ਸਕਦੀ ਹੈ। ਤੁਹਾਨੂੰ ਲੱਗਦਾ ਕਿ ਜਿਹੜੇ ਵੱਡੇ ਹਾਲ ਆ ਉਹਦੇ ਵੀ ਜ਼ਰੂਰ ਰਿਲੈਕਸੇਸ਼ਨ ਦੇਣੀ ਚਾਹੀਦੀ ਹੈ ਕਿਉਂਕਿ ਜਿਹਦੀ ਕਪੈਸਿਟੀ ਵੱਧ ਹੈ ਜਿਨ੍ਹਾਂ ਦੀ? ਡੈਫੀਨੇਟ ਸਰ, ਅਗਰ ਮੈਂ ਇਸ ਪ੍ਰੋਪਰਟੀ ਦੀ ਗੱਲ ਕਰਾਂ ਇੱਥੇ 8 ਹਾਲ ਹੈਗੇ ਆ, ਇੱਥੇ 700-800 ਬੰਦੇ ਦੀ ਮਿਨੀਮਮ ਗੈਦਰਿੰਗ ਜਿਹੜੀ ਹੋ ਜਾਂਦੀ ਹੈਗੀ। ਸਾਰੇ ਪੈਲੇਸ ਰਿਜ਼ੋਰਟ ਹੋਟਲਸ ਐਟਲੀਸਟ ਜਿਹੜਾ ਇਹਨਾਂ ਨੇ ਕੈਰੇਟੇਰੀਆ ਬਣਾਇਆ ਹੈਗਾ 100 ਔਰ 200 ਦਾ। ਹੁਣ ਦੇਖੋ ਤੁਸੀਂ 1000 ਫੁੱਟ ਦਾ ਅਗਰ ਹਾਲ ਹੈਗਾ ਉਹਦੇ 'ਚ ਵੀ 100 ਬੰਦੇ, ਅਗਰ 10,000 ਫੁੱਟ ਦਾ ਸਕੁਅਰ ਫੁੱਟ ਦਾ ਹਾਲ ਹੈ ਉਹਦੇ 'ਚ ਵੀ 100 ਬੰਦੇ, ਤੇ ਇੱਕ 20,000 ਸਕੁਅਰ ਫੁੱਟ ਦੇ ਹਾਲ ਹੈ ਉਹਦੇ 'ਚ ਵੀ 100 ਬੰਦੇ। ਇਹ ਹਾਫ ਆਫ ਦਾ ਕਪੈਸਿਟੀ ਹੋਣਾ ਚਾਹੀਦਾ ਸੀਗਾ। ਇਹਨਾਂ ਨੂੰ ਦੁਬਾਰਾ ਇਸ ਫੈਸਲੇ ਕੰਸੀਡਰ ਕਰਨਾ ਚਾਹੀਦਾ, ਹਾਫ ਆਫ ਦੀ ਕਪੈਸਿਟੀ ਨੂੰ ਲੈ ਕੇ ਇੰਪਲੀਮੈਂਟ ਕਰਨਾ ਚਾਹੀਦਾ ਹੈ। ਜਿਹੜਾ ਪਿੱਛੇ ਲੋਕਡਾਊਨ ਰਿਹਾ ਪੂਰਾ ਲਾਸ ਰਿਹਾ ਤੁਹਾਡਾ, ਬਿਜਲੀ ਦੇ ਬਿੱਲ ਵੀ ਲਗਾਤਾਰ ਆਇਆ, ਟੈਕਸ ਵੀ ਭਰਾਇਆ, ਚਾਹੇ ਉਹ ਐਕਸਾਈਜ਼ ਦਾ ਹੋਵੇ, ਸਾਰਾ ਕੁਝ ਭਰਿਆ। ਤਾਂ ਹੁਣ ਤੁਹਾਨੂੰ ਲੱਗਦਾ ਕਿ ਥੋੜ੍ਹਾ ਜਿਹਾ ਸਟੇਬਲ ਹੋਈ ਸੀ ਕੰਡੀਸ਼ਨ ਹੋਟਲ ਇੰਡਸਟਰੀ ਦੀ ਕਿਉਂਕਿ ਬਾਹਰੋਂ ਵਪਾਰੀ ਆ ਰਹੇ ਸੀ ਜਾਂ ਟੂਰਿਸਟ ਵੀ ਆ ਰਹੇ ਸੀ? ਤੁਹਾਨੂੰ ਲੱਗਦਾ ਕਿ ਇਹਦੇ ਫੈਸਲੇ ਨਾਲ ਬਹੁਤ ਜ਼ਿਆਦਾ ਹੋਰ ਨੁਕਸਾਨ ਹੋਊਗਾ? ਹਾਂ ਬਿਲਕੁਲ, ਮੈਂ ਇਹ ਤਾਂ ਨਹੀਂ ਕਹਿ ਸਕਦਾ ਵੀ ਪੂਰੀ ਤਰ੍ਹਾਂ ਸਟੇਬਲ ਹੋ ਗਈ ਸੀ ਬਟ ਅੱਗੇ ਨਾਲੋਂ ਇਨਕਰੀਜ਼ ਜ਼ਰੂਰ ਹੋ ਰਿਹਾ ਸੀਗਾ। ਅੱਜ ਅਸੀਂ 25-30% ਬਿਜ਼ਨਸ 'ਤੇ ਅਸੀਂ ਆ ਗਏ ਸੀਗੇ ਪਰ ਹੁਣ ਸਾਡਾ ਜਿਹੜਾ ਇੱਕ ਮੋਰਲ ਜਿਹੜਾ ਸਾਡਾ ਇੱਕ ਉਹ ਹੈਗਾ ਕੌਨਫੀਡੈਂਸ, ਸਾਨੂੰ ਅਸੀਂ ਫਿਰ ਪਿੱਛੇ ਜਾ ਰਿਹਾ। ਅੱਜ ਸਾਡੇ ਸਟਾਫ ਦੇਖ ਰਹੇ, ਸਾਰੇ ਸਟਾਫ ਦੇ ਅੱਜ ਫਿਰ ਮੂੰਹ ਉਤਰੇ ਪਏ ਆ ਵੀ ਕੀ ਕਰਾਂਗੇ, ਸਾਡਾ ਫਿਊਚਰ ਕੀ ਹੋਏਗਾ। ਸੋ ਐਵਰੀਬੋਡੀ ਬੜਾ ਇਸ ਚੀਜ਼ 'ਚ ਬੜਾ ਫਿਕਰਮੰਦ ਹੈ, ਸਭ ਦੀਆਂ ਫੈਮਲੀਜ਼ ਹੈ ਵੀ ਖਰਚੇ ਕਿਵੇਂ ਚੱਲਣਗੇ। ਕੀ ਲੱਗਦਾ ਸਰਕਾਰ ਕੁਝ ਦੇਵੇ ਦੇ ਵਿੱਚ ਤੁਹਾਨੂੰ? ਦੇ ਸਕਦੀ ਹੈ? ਡੈਫੀਨੇਟ ਦੇਣਾ ਚਾਹੀਦਾ ਸੀ। ਅਸੀਂ ਤਾਂ ਸੈਂਟਰ ਤੇ ਸਰਕਾਰ ਤੋਂ ਅਸੀਂ ਜਿਹੜਾ ਸੀਗਾ 1 ਟਾਈਮ ਸੈਟਲਮੈਂਟ ਮੰਗੀ ਸੀਗੀ। ਅਸੀਂ ਇਹਨਾਂ ਨੂੰ ਕਿਹਾ ਸੀ ਵੀ ਜਿਹੜੇ ਛੋਟੇ ਯੂਨਿਟ ਹੈਗੇ ਆ ਉਹਨਾਂ ਨੂੰ ਤੁਸੀਂ ਲਮਸਮ 25 ਲੱਖ ਦੇ ਦਿਓ, ਵੱਡੇ ਯੂਨਿਟ ਨੂੰ 50, ਉਹ ਜਿਹੜੇ ਉਸ ਤੋਂ 3 ਕੈਟੇਗਰੀਆਂ ਹੈਗੀਆਂ ਵੱਡੇ ਉਸ ਤੋਂ ਵੱਡੇ ਨੂੰ 1 ਕਰੋੜ ਰੁਪਏ ਦੇ ਦਿਓ। 25, 50, 1 ਕਰੋੜ ਰੁਪਏ ਦਾ ਅਸੀਂ 1 ਟਾਈਮ ਬੈਨੀਫਿਟ ਮੰਗਿਆ ਸੀ ਬਟ ਸਿੰਗਲ ਪੈਨੀ ਨਹੀਂ ਮਿਲੀ ਹਾਲੇ ਤੱਕ ਸਾਨੂੰ। ਬਿਲਕੁਲ ਜੀ।
ਮਹਿਤਾ ਜੀ ਕੀ ਕਹਿਣਾ ਚਾਹੋਗੇ, ਕਿਉਂਕਿ ਫਿਰ ਇੱਕ ਵਾਰੀ ਦੁਬਾਰਾ ਨਾਈਟ ਕਰਫਿਊ ਲੱਗਣ ਲੱਗਿਆ, ਵੱਡਾ ਨੁਕਸਾਨ ਫਿਰ ਇੱਕ ਵਾਰੀ ਹੋਟਲ ਇੰਡਸਟਰੀ ਨੂੰ ਹੋ ਰਿਹਾ। ਸਾਰੇ ਪੈਲਸ ਜਿਹੜੇ ਰਾਤ ਨੂੰ ਫੰਕਸ਼ਨ ਸੀ ਉਹ ਤਾਂ ਬੰਦ ਹੀ ਹੋ ਜਾਣਗੇ, ਤੇ ਕਿੰਨੇ ਕੁ ਪ੍ਰੋਗਰਾਮ ਰੱਦ ਹੋਏ ਆ ਜਿਹੜੇ ਹੁਣ ਤੁਹਾਡੇ ਕੋਲ ਐਡਵਾਂਸ ਬੁਕਿੰਗ ਸੀ ਜਿਹਨਾਂ ਦੀ? ਮੈਂ ਪਹਿਲਾਂ ਤਾਂ ਇਹ ਕਹਿਣਾ ਚਾਹੂੰਗਾ ਜੀ, ਬੜੀ ਮੁਸ਼ਕਿਲ ਨਾਲ ਜਿਹੜਾ ਪਿਛਲਾ ਸਾਲ ਟੱਪਿਆ ਹੈ, ਬੜੀ ਮੁਸ਼ਕਿਲ ਨਾਲ ਅਸੀਂ ਬਹੁਤ ਔਖਾ ਟਪਾਇਆ ਹੈ। ਬਹੁਤ ਮੁਸ਼ਕਿਲ ਨਾਲ ਜੇਬਾਂ 'ਚੋਂ ਸੈਲਰੀਆਂ ਦਿੱਤੀਆਂ ਲੋਕਾਂ ਤੋਂ, ਬੈਂਕਾਂ ਨੂੰ EMI ਭਰੀਆਂ, ਉਧਾਰੀ ਲੈ, ਬੈਂਕਾਂ ਤੋਂ EMI ਵਧਾ, ਬੈਂਕਾਂ ਤੋਂ ਹੋਰ ਲੋਨ ਲੈ। ਲੇਕਿਨ ਜੇ ਇਹੀ ਕੰਮ ਦੁਬਾਰਾ ਹੋ ਜਾਊਗਾ, ਦੁਬਾਰਾ ਇਹੀ ਐਵੇਂ ਸਰਕਾਰ ਬੰਦ ਕਰੂਗੀ, ਤਾਂ ਫਿਰ ਤਾਂ ਅਸੀਂ ਸਰਕਾਰ ਦੇ ਦੁਆਰੇ ਜਾ ਕੇ ਬੈਠ ਜਾਵਾਂਗੇ ਕਿ ਜੀ ਇਹਨਾਂ ਦੀ EMI, ਹੋਟਲ ਦੀ EMI ਸੈਲਰੀਆਂ ਕਿਵੇਂ ਦਿੱਤੀਆਂ ਜਾਣਗੀਆਂ। ਇਹ ਜਿਹੜਾ 100 ਦੀ ਕੰਡੀਸ਼ਨ ਦੁਆਰਾ ਕਰਤੀ, ਹੁਣ ਲੋਕ ਮਸਾਂ ਤਾਂ ਫੰਕਸ਼ਨ ਕਰਨ ਲੱਗੇ ਸੀ, ਮਸਾਂ ਕੋਈ 200 ਦੀ ਗੈਦਰਿੰਗ ਹੋਣ ਲੱਗੀ ਸੀ। ਹੁਣ ਜਿਹੜਾ ਸਰਕਾਰ ਨੇ ਦੁਬਾਰਾ 100 ਦਾ ਕਰਤਾ, ਤਾਂ ਅਸੀਂ ਖਰਚਾ ਕਿਵੇਂ ਕੱਢਾਂਗੇ? ਤੇ ਸਰਕਾਰ ਸਾਨੂੰ ਜਵਾਬ ਦੇਵੇ ਕਿ ਇਹੋ ਜਿਹਾ ਕਰਨਾ ਤਾਂ ਇੱਕ ਬਹੁਤ ਗਲਤ ਗੱਲ ਹੈ। ਤੁਹਾਨੂੰ ਲੱਗਦਾ ਕਿ ਜਿਹੜੇ ਵੱਡੇ ਹਾਲ ਹੈਗੇ ਆ ਉੱਥੇ ਵਧਾਈ ਜਾ ਸਕਦੀ ਕਪੈਸਿਟੀ, ਜਿਹੜੇ ਵੱਡੇ ਆ ਹਾਲ? ਬਿਲਕੁਲ ਵਧਾ ਸਕਦੇ ਆ ਜੀ, ਘੱਟੋ ਘੱਟ 50% ਤਾਂ ਕਰਨੀ ਹੋਈ ਚਾਹੀਦੀ ਹੈ। ਜੇ ਸਾਡੇ ਕੋਲੇ ਕੋਈ 300 ਦਾ ਹਾਲ ਹੈ, 400 ਦਾ ਹਾਲ ਹੈ, ਘੱਟੋ ਘੱਟ ਸਰਕਾਰ 50% ਹੀ ਕਰਦੇ। ਐ 100 ਦਾ ਕੈਪ ਲਗਾਉਣਾ ਤਾਂ ਬਹੁਤ ਜ਼ਿਆਦਾ ਮੁਸ਼ਕਿਲ ਹੈ। ਐਡਵਾਂਸ ਜਿਹੜੀ ਲੋਕਾਂ ਦੇ ਫੰਕਸ਼ਨ ਬੁੱਕ ਸੀ ਉਹ ਵੀ ਘਟੇ ਹੋਣੇ ਫਿਰ ਤਾਂ ਹੁਣ? ਬਿਲਕੁਲ ਜੀ, ਜਿਹੜੇ ਤੁਸੀਂ ਨਾਈਟ ਕਰਫਿਊ ਦੀ ਗੱਲ ਕੀਤੀ ਹੈ, ਨਾਈਟ ਕਰਫਿਊ ਨਾਲ ਲੋਕ ਡਰ ਗਏ ਹੈ, ਤੇ ਨਾਈਟ ਕਰਫਿਊਆਂ ਦੇ ਲੋਕ ਕੈਂਸਲ ਕਰਾ ਰਹੇ ਹੈ, ਫੰਕਸ਼ਨ ਪ੍ਰੋਗਰਾਮ ਕੈਂਸਲ ਕਰਾ ਰਹੇ ਹੈ, ਉਹਦੇ ਕਰਕੇ ਹੋਰ ਵੀ ਨੁਕਸਾਨ ਹੋ ਰਿਹਾ ਹੈ। ਕੀ ਕਹਿਣਾ ਚਾਹੋਗੇ, ਲਗਾਤਾਰ ਫਿਰ ਇੱਕ ਵਾਰੀ ਕੋਵਿਡ ਦੇ ਜਿਹੜੇ ਮਰੀਜ਼ ਵੱਧ ਰਹੇ, ਸਰਕਾਰ ਨੇ ਗਾਈਡਲਾਈਨਸ ਦੇ ਦਿੱਤੀ ਹੈ ਕਿ ਇਨਡੋਰ ਜਿਹੜੇ ਆ 100 ਦੀ ਗੈਦਰਿੰਗ ਜਾਂ ਆਊਟਡੋਰ 200 ਕਰ ਦਿੱਤੀ ਹੈ। ਕਿੰਨਾ ਕੁ ਨੁਕਸਾਨ ਪਹੁੰਚਿਆ ਹੋਟਲ ਦੇ ਪੈਲੇਸ ਵਾਲੇ? ਹੁਣ ਤੁਸੀਂ ਦੇਖੋ ਜੀ, ਜਿਹੜੇ ਬਾਰ ਹੈ ਉਹ 9 ਮਹੀਨੇ ਬਾਅਦ ਸਾਡੇ ਬਾਰ ਖੁੱਲੇ ਨੇ ਜਨਵਰੀ 'ਚ। ਸਾਡੇ ਤੋਂ 6 ਮਹੀਨੇ ਦੀ ਫੀਸ ਭਰਾਈ ਗਈ, 6 ਮਹੀਨੇ ਦੀ ਫੀਸ ਭਰਾਈ ਗਈ। ਤੇ ਜੇ ਹੁਣ ਫਿਰ ਤੁਸੀਂ ਨਾਈਟ ਲਾਕਡਾਊਨ ਕਰਫਿਊ ਲਾ ਦੋਗੇ ਤਾਂ ਸਾਡੀ ਤਾਂ ਬਾਰ ਬਿਲਕੁਲ ਹੀ ਬੰਦ ਹੋ ਗਈ। ਤਾਂ ਜਿਹੜੇ ਅਸੀਂ ਹੁਣ 2-2.5 ਲੱਖ ਰੁਪਏ ਭਰਿਆ ਉਹ ਫਿਰ ਦੁਬਾਰਾ ਮਿੱਟੀ ਹੋ ਜਾਊਗਾ। ਤੇ ਜਿਹੜੇ ਘੱਟੋ ਘੱਟ ਸਾਡੇ ਕੋਲ 30 ਫੰਕਸ਼ਨ ਬੁੱਕ ਸੀਗੇ ਮਾਰਚ ਵਿੱਚ, ਜੋ ਕਿ ਸਾਡੇ ਕੋਲ ਲੋਕ ਵਾਪਸ ਲੈ ਰਹੇ ਆ ਕਿ ਜੀ ਸਾਨੂੰ ਕਲੀਅਰ ਹੀ ਨਹੀਂ ਹੋ ਰਿਹਾ ਕਿ ਅਸੀਂ ਫੰਕਸ਼ਨ ਕਰ ਪਾਵਾਂਗੇ ਕਿ ਨਹੀਂ। ਜਿਹੜੀ ਹੁਣ 30 ਕੈਂਸਲ ਅਰੇਂਜਮੈਂਟ ਤਾਂ ਤੁਸੀਂ ਵੀ ਕੀਤਾ ਹੋਣਾ, ਚਾਹੇ ਕੈਟਰਿੰਗ ਦਾ ਜਾਂ ਸਾਰੀ ਸਿਟਿੰਗ? ਬਿਲਕੁਲ, ਕੈਟਰਿੰਗ ਦਾ ਵੀ ਅਰੇਂਜਮੈਂਟ ਕੀਤਾ ਜੀ, ਵੇਟਰਸ ਦਾ ਵੀ ਅਰੇਂਜਮੈਂਟ ਕੀਤਾ ਜੀ, ਕੁਝ ਐਡਵਾਂਸ ਲੈ ਕੇ ਫਰਨੀਚਰ ਵੀ ਲਿੱਤਾ ਜੀ, ਕਰੋਕਰੀ ਵੀ ਲਿੱਤੀ, ਸਾਰਾ ਕੁਝ ਵੇਸਟ ਜਾਊਗਾ। ਕੀ ਮੰਗ ਹੈ ਸਰਕਾਰ ਤੋਂ ਤੁਹਾਡੀ? ਅਸੀਂ ਤਾਂ ਮੰਗ ਹੈ ਜੀ ਕਿ ਜਿਹੜਾ ਵੀ ਤੁਸੀਂ ਫੈਸਲਾ ਲਿੱਤਾ ਇਹਨੂੰ ਰਿਵਿਊ ਕਰੋ, ਘੱਟੋ ਘੱਟ 50% ਦੀ ਆਕੂਪੈਂਸੀ ਦਿਓ। ਜਿਹੜੇ ਸਾਡੇ ਕੋਲ ਹਾਲ ਨੇ, 400 ਬੰਦੇ ਦਾ ਹਾਲ ਹੈ, ਸਾਡੇ ਘੱਟੋ ਘੱਟ 200 ਦੀ ਕੈਪੈਸਿਟੀ ਅਸੀਂ ਫੰਕਸ਼ਨ ਕਰ ਸਕੀਏ। ਸਿੱਧਾ ਆਪਾਂ ਕੈਪ ਲਾ ਦਈਏ ਕਿ 100 ਹੀ ਕਰਨਾ ਹੈ, ਇਹ ਤਾਂ ਕੋਈ ਗੱਲ ਨਹੀਂ ਬਣਦੀ। ਬਿਲਕੁਲ, ਆਖਰੀ ਸਵਾਲ ਹੈ ਸਤੀਸ਼ ਜੀ, ਪੂਰੇ ਪੰਜਾਬ ਲੈਵਲ ਦੀ ਤੁਹਾਡੇ ਤੇ ਜ਼ਿੰਮੇਵਾਰੀ ਹੈਗੀ, ਪੰਜਾਬ ਦੇ ਪ੍ਰਧਾਨ ਹੋ, ਕੋਈ ਪੰਜਾਬ ਲੈਵਲ ਤੇ ਹੋਟਲ ਐਸੋਸੀਏਸ਼ਨ ਦੀ ਗੱਲਬਾਤ ਹੋਈ ਤੁਹਾਡੀ? ਜਿਹੜੇ ਵੱਖ-ਵੱਖ ਜ਼ਿਲ੍ਹੇ ਹੈਗੇ ਆ, ਕੋਈ ਕੀ ਕਹਿੰਦੇ ਨੇ ਉਹ? ਵੈਸੇ ਤਾਂ ਅਸੀਂ 2-3 ਦਿਨ 'ਚ ਇੱਕ ਸਟੇਟ ਲੈਵਲ ਦੀ ਬਹੁਤ ਵੱਡੀ ਇੱਕ ਮੀਟਿੰਗ ਹੋਣ ਜਾ ਰਹੀ ਹੈਗੀ ਹੈ, ਬਟ ਜਿਹੜਾ ਹੈਗਾ ਮੇਰੇ ਫੋਨਸ 'ਤੇ ਮੇਰੇ ਨਾਲ ਸਾਰੇ ਵਰਿਡ ਹੈਗੀ, ਪੂਰੀ ਹੋਟਲ ਇੰਡਸਟਰੀ, ਮੈਰਿਜ ਪੈਲੇਸ, ਰਿਜ਼ੋਰਟ ਸਾਰੇ ਵਰਿਡ ਹੈਗੇ ਹੈ ਵੀ ਇਹਦਾ ਹੁਣ ਸਾਡਾ ਫਿਊਚਰ ਕੀ ਹੋਏਗਾ। ਹੁਣ ਫਿਊਚਰ ਸਾਰਾ ਇਹਨੂੰ ਲੈ ਕੇ ਅਸੀਂ ਬਹੁਤ ਜਲਦੀ ਇੱਕ ਵੱਡੀ ਮੀਟਿੰਗ ਕਰਨ ਜਾ ਰਹੇ ਹਾਂ, ਜਿਹੜੀ ਬਠਿੰਡਾ ਦੇ ਵਿੱਚ ਹੀ ਹੋਏਗੀ। ਤਾਂ ਦਿਨ ਦੇਖਦੇ ਹਾਂ ਕਿ ਕੀ ਨਿਕਲ ਕੇ ਆਉਂਦਾ, ਇਹਨਾਂ ਚੀਜ਼ਾਂ ਸਰਕਾਰ ਮੰਨਦੀ ਹੈ ਕਿ ਨਹੀਂ ਮੰਨਦੀ ਹੈ। ਬਟ ਅਸੀਂ ਤਾਂ ਹੁਣ ਟਰਾਈ ਕਰਾਂਗੇ, ਗਵਰਨਮੈਂਟ ਨੂੰ ਫਿਰ ਤੋਂ ਰਿਕੁਐਸਟ ਕਰ ਰਹੇ ਹਾਂ ਵੀ ਇਹਨੂੰ ਦੁਬਾਰਾ ਕੰਸੀਡਰ ਕਰੋ, ਇਹ ਡਿਸੀਜਨ ਨੂੰ ਰਿਵਿਊ ਕਰੋ, ਅਦਰਵਾਈਜ਼ ਜਿਹੜਾ ਹੈਗਾ ਇੰਡਸਟਰੀ ਬਿਲਕੁਲ ਬੁਰੀ ਤਰ੍ਹਾਂ ਬਰਬਾਦ ਹੋ ਜਾਏਗੀ। ਸੋ ਇਸ ਸਨ ਹੋਟਲ ਇੰਡਸਟਰੀ ਦੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸਤੀਸ਼ ਅਰੋੜਾ, ਤੇ ਨਾਲ ਹੋਟਲ ਦੇ ਜਿਹੜੇ ਓਨਰ ਨੇ, ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਜਿਹੜਾ ਸਰਕਾਰ ਦਾ ਫੈਸਲਾ ਹੈ ਇਹ ਉਸ ਤਰੀਕੇ ਦਾ ਮਾਹੌਲ ਹਜੇ ਤੱਕ ਨਹੀਂ ਬਣਿਆ ਕਿ ਇੱਕੋ ਦਮ ਗੈਦਰਿੰਗ ਜਿਹੜੀ ਘਟਾ ਦਿੱਤੀ ਗਈ ਹੈ। ਪੈਲਸਾਂ ਦੇ ਵਿੱਚ ਐਡਵਾਂਸ ਪ੍ਰੋਗਰਾਮ ਬੁਕਿੰਗ ਜਿਹੜੀ ਹੁੰਦੀ ਹੈ 2-2 ਮਹੀਨੇ ਪਹਿਲਾਂ ਉਹ ਹੋ ਜਾਂਦੀ ਹੈ, ਉਹ ਵੀ ਕੈਂਸਲ ਹੋਈ ਹੈ। ਨਾਈਟ ਕਰਫਿਊ ਜਿਹੜਾ ਉਹ ਵੀ ਲਗਾਇਆ ਜਾ ਰਿਹਾ। ਇਹਦੇ ਨਾਲ ਵੱਡਾ ਨੁਕਸਾਨ ਫਿਰ ਇੱਕ ਵਾਰੀ ਹੋਟਲ ਇੰਡਸਟਰੀ ਜਿਹੜੀ ਝੇਲੂਗੀ। ਇਸ ਕਰਕੇ ਕੈਪਟਨ ਸਰਕਾਰ ਨੇ, ਕੇਂਦਰ ਦੀ ਸਰਕਾਰ ਨੇ ਕਿਸੇ ਤਰੀਕੇ ਦੀ ਕੋਈ ਮਦਦ ਪਿਛਲੇ ਲਾਕਡਾਊਨ ਦੇ ਦੌਰਾਨ ਵੀ ਨਹੀਂ ਕੀਤੀ। ਤਾਂ ਉਮੀਦ ਹੈ ਕਿ ਇਸ ਵਾਰੀ ਹੋਟਲ ਇੰਡਸਟਰੀ ਨੂੰ ਥੋੜ੍ਹੀ ਬਹੁਤ ਰਾਹਤ ਸਰਕਾਰ ਜ਼ਰੂਰ ਦੇਵੇ, ਤਾਂ ਕਿ ਇਹਨਾਂ ਦੇ ਨਾਲ ਜਿਹੜੇ ਲੋਕ ਜੁੜੇ ਹੋਏ ਆ ਉਹਨਾਂ ਦਾ ਰੋਜ਼ਗਾਰ ਜਿਹੜਾ ਉਹ ਚੱਲਦਾ ਰਹੇ। ਕੈਮਰਾਮੈਨ ਸ਼ਪਿੰਦਰ ਦੇ ਨਾਲ ਅਮਿਤ ਸ਼ਰਮਾ, ਡੇਲੀ ਪੋਸਟ ਪੰਜਾਬੀ, ਬਠਿੰਡਾ।